ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਅਮਰੀਕੀ ਸੰਸਦ ਵਿੱਚ H-1B ਵੀਜ਼ਾ ਧਾਰਕ ਕਰਮਚਾਰੀਆਂ ਨਾਲ ਸੰਬੰਧਿਤ ਬਿੱਲ ਪੇਸ਼। ਇਰਾਕ ਵਿੱਚ ਅਮਰੀਕੀ ਬਲਾਂ ਦੀ ਮੌਜੂਦਗੀ ਵਾਲੇ ਫੌਜੀ ਹਵਾਈ ਅੱਡੇ ਤੇ ਰਾਕੇਟ ਦਾਗੇ ਗਏ ਅਮਰੀਕੀ ਬਲ। ਕੈਲੀਫੋਰਨੀਆ ਦੇ ਹਾਦਸੇ ਵਿੱਚ SUV 'ਚ ਫਸੇ 25 ਚੋਂ 13 ਲੋਕਾਂ ਦੀ ਮੌਤ। ਪੰਜਾਬੀਆਂ ਲਈ ਮਾਣ ਦੀ ਗੱਲ, ਆਸਟ੍ਰੇਲੀਆ ਵਿੱਚ ਬਣੇਗਾ ਪਹਿਲਾ ਸਿੱਖ ਸਕੂਲ। ਐਲਨ ਮਸਕ ਦੇ ਮੰਗਲ ਮਿਸ਼ਨ ਨੂੰ ਝਟਕਾ, ਰਾਕੇਟ ਦੀ ਸਫਲ ਲੈਂਡਿੰਗ ਮਗਰੋਂ ਹੋਇਆ ਧਮਾਕਾ। ਕੈਨੇਡਾ ਸਮੇਤ 100 ਤੋਂ ਵੱਧ ਦੇਸ਼ਾਂ ਦੀਆਂ ਸੰਸਥਾਵਾਂ ਨੇ ਭਾਰਤੀ ਕਿਸਾਨਾਂ ਨੂੰ ਦਿੱਤਾ ਸਮਰਥਨ। ਮਿਆਂਮਾਰ ਦਾ ਖੂਨੀ ਬੁੱਧਵਾਰ ਫੌਜੀ ਗੋਲਾਬਾਰੀ ਵਿੱਚ ਲੋਕਤੰਤਰ ਪੱਖੀ 38 ਅੰਦੋਲਨਕਾਰੀਆਂ ਦੀ ਮੌਤ। ਟੈਕਸਾਸ ਦੇ ਲੋਕਾਂ ਨੂੰ ਮਾਸਕ ਤੋਂ ਨਿਜਾਤ। ਬਰਤਾਨੀਆ ਦੀ ਸੰਸਦ ਵਿੱਚ ਕਿਸਾਨ ਅੰਦੋਲਨ ਅਤੇ ਪੱਤਰਕਾਰਤਾ ਦੀ ਆਜ਼ਾਦੀ ਤੇ ਬਹਿਸ 8 ਨੂੰ। ਬਠਿੰਡਾ ਦੇ ਨੌਜਵਾਨ ਨੇ ਬਣਾਇਆ ਪੰਜਾਬ ਦਾ ਰਾਫੇਲ। ਕਿਸਾਨ ਸਮਰਥਕਾਂ ਖਿਲਾਫ ਛਾਪੇਮਾਰੀ ਕਰਵਾ ਰਹੀ ਹੈ ਕੇਂਦਰ ਸਰਕਾਰ। ਰਾਹੁਲ ਗਾਂਧੀ। ਤਾਜ ਮਹਿਲ ਵਿੱਚ ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਬੰਬ, ਫੋਨ ਕਰਨ ਵਾਲਾ ਵਿਅਕਤੀ ਗ੍ਰਿਫਤਾਰ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿੱਚ 3 ਸਾਂਸਦਾਂ ਨੇ ਇੱਕ ਬਿੱਲ ਪੇਸ਼ ਕੀਤਾ ਹੈ। ਇਸ ਵਿੱਚ ਉਹਨਾਂ ਮਾਲਕਾਂ ਨੂੰ H-1B ਵੀਜ਼ਾ ਧਾਰਕ ਵਿਦੇਸ਼ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਤੋਂ ਰੋਕਣ ਦੀ ਗੱਲ ਹੈ, ਜਿਨ੍ਹਾਂ ਨੇ ਅਮਰੀਕੀ ਕਰਮਚਾਰੀਆਂ ਨੂੰ ਹਾਲ ਵਿੱਚ ਲੰਬੀ ਛੁੱਟੀ ਤੇ ਭੇਜ ਦਿੱਤਾ ਹੈ ਜਾਂ ਫਿਰ ਉਹਨਾਂ ਦੀ ਅਜਿਹੀ ਕੋਈ ਯੋਜਨਾ ਹੈ। ਇਸ ਵਿੱਚ ਮਾਲਕਾਂ ਨੂੰ ਅਮਰੀਕੀ ਕਰਮਚਾਰੀਆਂ ਦੀ ਬਜਾਏ H-1B ਧਾਰਕ ਕਰਮਚਾਰੀਆਂ ਨੂੰ ਜ਼ਿਆਦਾ ਭੁਗਤਾਨ ਦੇਣ ਦੀ ਗੱਲ ਹੈ। ਰਿਪਬਲਿਕਨ ਪਾਰਟੀ ਦੇ ਕਾਂਗਰਸ ਮੈਂਬਰ ਮੋ ਬਰੁਕਸ, ਮੈਟ ਗਾਇਟਸ ਅਤੇ ਲਾਂਸ ਗੁਡੇਨ ਵੱਲੋਂ ਪੇਸ਼ ਅਮਰੀਕਨਜ਼ ਜੌਬ ਫਸਟ ਐਕਟ ਵਿੱਚ ਇਮੀਗ੍ਰੇਸ਼ਨ ਅਤੇ ਕੌਮੀਅਤ ਕਾਨੂੰਨ ਵਿੱਚ ਲੋੜੀਂਦੀ ਤਬਦੀਲੀ ਕਰਕੇ H-1B ਵੀਜ਼ਾ ਪ੍ਰੋਗਰਾਮ ਵਿੱਚ ਥੋੜ੍ਹੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ। ਗੌਰਤਲਬ ਹੈ ਕਿ ਭਾਰਤੀ ਮੂਲ ਦੇ IT ਪੇਸ਼ੇਵਰਾਂ ਵਿੱਚ H-1B ਵੀਜ਼ਾ ਦੀ ਮੰਗ ਸਭ ਤੋਂ ਵੱਧ ਰਹਿੰਦੀ ਹੈ। ਇਹ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਉਹਨਾਂ ਮੁਹਾਰਤ ਵਾਲੇ ਅਹੁਦਿਆਂ ਤੇ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਦਾ ਅਧਿਕਾਰ ਦਿੰਦਾ ਹੈ ਜਿਨ੍ਹਾਂ ਵਿੱਚ ਤਕਨੀਕੀ ਮੁਹਾਰਤ ਜ਼ਰੂਰੀ ਹੁੰਦੀ ਹੈ। ਟੈਕਨੋਲੋਜੀ ਕੰਪਨੀਆਂ ਇਸ ਵੀਜ਼ਾ ਪ੍ਰਣਾਲੀ ਦੇ ਆਧਾਰ ਤੇ ਹਰੇਕ ਸਾਲ ਭਾਰਤ ਅਤੇ ਚੀਨ ਜਿਹੇ ਦੇਸ਼ਾਂ ਤੋਂ 1000 ਕਰਮਚਾਰੀਆਂ ਦੀ ਭਰਤੀ ਕਰਦੀਆਂ ਹਨ। ਬੁੱਧਵਾਰ ਨੂੰ ਪੇਸ਼ ਨਵੇਂ ਬਿੱਲ ਦੇ ਖਰੜੇ ਮੁਤਾਬਕ ਕਿਸੇ ਵਿਦੇਸ਼ੀ ਮਹਿਮਾਨ ਕਰਮਚਾਰੀ ਨੂੰ ਉਦੋਂ ਤੱਕ H-1B ਵੀਜ਼ਾ ਗੈਰ ਪ੍ਰਵਾਸੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜਦੋਂ ਤੱਕ ਪਟੀਸ਼ਨ ਕਰਤਾ ਮਾਲਕ ਕਿਰਤ ਮੰਤਰੀ ਦੇ ਸਾਹਮਣੇ ਇਹ ਅਰਜ਼ੀ ਨਹੀਂ ਦਿੰਦਾ ਕਿ ਉਹ H-1B ਵੀਜ਼ਾ ਗੈਰ ਪ੍ਰਵਾਸੀ ਨੂੰ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਤੌਰ ਤੇ ਸਥਾਈ ਨਾਗਰਿਕ ਕਰਮੀ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਤਨਖਾਹ ਤੋਂ ਵੱਧ ਸਾਲਾਨਾ ਮਿਹਨਤਾਨਾ ਦੀ ਪੇਸ਼ਕਸ਼ ਕਰ ਰਿਹਾ ਹੈ। ਬਰੁਕਸ ਨੇ ਕਿਹਾ, ਅਮਰੀਕਨ ਜੌਬਸ ਫਸਟ ਐਕਟ ਲੋੜੀਂਦਾ ਸੁਧਾਰ ਲਿਆਵੇਗਾ ਅਤੇ H-1B ਵੀਜ਼ਾ ਪ੍ਰੋਗਰਾਮ ਨੂੰ ਦੇਖੇਗਾ ਅਤੇ ਯਕੀਨੀ ਕਰੇਗਾ ਕਿ ਅਮਰੀਕੀ ਕਰਮਚਾਰੀਆਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਵਿੱਚ ਹੋਰ ਨੁਕਸਾਨ ਨਾ ਝੱਲਣਾ ਪਵੇ। ਉਹਨਾਂ ਨੇ ਕਿਹਾ, ਵਿਦੇਸ਼ੀ ਕਰਮਚਾਰੀਆਂ ਦੇ ਘੱਟ ਮਿਹਨਤਾਨਾ ਵਿੱਚ ਉਪਲਬਧ ਹੋਣ ਜਿਹੇ ਲਾਲਚ ਨੂੰ ਖਤਮ ਕਰਨ ਲਈ ਬਿੱਲ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਮਾਲਕਾਂ ਨੂੰ ਕਿਸੇ ਵੀ H-1B ਕਰਮਚਾਰੀ ਨੂੰ ਘੱਟੋ-ਘੱਟ $1,10,000 ਦਾ ਭੁਗਤਾਨ ਕਰਨਾ ਹੋਵੇਗਾ। ਇਸ ਦੇ ਇਲਾਵਾ ਅਮਰੀਕੀ ਕਰਮਚਾਰੀਆਂ ਦੀ ਰੱਖਿਆ ਲਈ ਇਸ ਬਿੱਲ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਕੰਪਨੀਆਂ H-1B ਕਰਮਚਾਰੀ ਨੂੰ ਨੌਕਰੀ ਤੇ ਰੱਖਣਾ ਚਾਹੁੰਦੇ ਨੇ, ਉਹਨਾਂ ਨੇ ਘੱਟੋ-ਘੱਟ 2 ਸਾਲ ਵਿੱਚ ਬਿਨਾਂ ਕਾਰਨ ਕਿਸੇ ਅਮਰੀਕੀ ਕਰਮਚਾਰੀ ਨੂੰ ਨਹੀਂ ਕੱਢਿਆ ਹੈ ਅਤੇ ਬਿਨਾਂ ਕਿਸੇ ਕਾਰਨ ਵੀ ਅਮਰੀਕੀ ਕਰਮਚਾਰੀ ਨੂੰ ਅਗਲੇ 2 ਸਾਲ ਤੱਕ ਨਾ ਕੱਢਣ ਦਾ ਵਾਅਦਾ ਕੀਤਾ ਹੋਵੇ। ਪੱਛਮੀ ਇਰਾਕ ਵਿੱਚ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਬਲਾਂ ਦੀ ਮੌਜੂਦਗੀ ਵਾਲੇ ਇੱਕ ਫੌਜੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਬੁੱਧਵਾਰ ਨੂੰ ਘੱਟੋ-ਘੱਟ 10 ਰਾਕੇਟ ਦਾਗੇ ਗਏ। ਗੱਠਜੋੜ ਅਤੇ ਇਰਾਕੀ ਬਲਾਂ ਨੇ ਜਾਣਕਾਰੀ ਦਿੱਤੀ, ਅਜੇ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੱਠਜੋੜ ਦੇ ਬੁਲਾਰੇ ਕਰਨਲ ਵਾਈਨੇ ਮਾਰੋਟੋ ਨੇ ਦੱਸਿਆ ਕਿ ਅਨਬਾਰ ਸੂਬੇ ਦੇ ਅਲ ਅਸਦ ਫੌਜੀ ਹਵਾਈ ਅੱਡੇ ਤੇ ਸਵੇਰੇ 7:20 ਤੇ ਰਾਕੇਟ ਦਾਗੇ ਗਏ। ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਾਰੋਟ ਨੇ ਦੱਸਿਆ ਕਿ ਇਰਾਕੀ ਸੁਰੱਖਿਆ ਬਲ ਇਸ ਹਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਨੇ। ਬਾਅਦ ਵਿੱਚ ਇਰਾਕੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਮਲੇ 'ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਸੁਰੱਖਿਆ ਬਲਾਂ ਨੇ ਮਿਜ਼ਾਈਲ ਲਈ ਇਸਤੇਮਾਲ ਕੀਤੇ ਗਏ ਲਾਂਚ ਪੈਡ ਦਾ ਪਤਾ ਲਾ ਲਿਆ ਹੈ। ਇਰਾਕੀ ਫੌਜ ਦੇ ਇੱਕ ਅਧਿਕਾਰੀ ਨੇ ਪਛਾਣ ਗੁਪਤ ਰੱਖਣ ਤੇ ਦੱਸਿਆ ਕਿ ਅਨਬਾਰ ਨੇ ਅਲ ਬਗਦਾਦੀ ਵਿੱਚ ਇੱਕ ਸੜਿਆ ਹੋਇਆ ਟਰੱਕ ਮਿਲਿਆ। ਵੀਡੀਓ ਵਿੱਚ ਇੱਕ ਸੁਨਸਾਨ ਥਾਂ ਤੇ ਸੜ ਰਿਹਾ ਮੱਧਮ ਆਕਾਰ ਦਾ ਟਰੱਕ ਨਜ਼ਰ ਆ ਰਿਹਾ ਹੈ। ਇਹ ਥਾਂ ਅਲ ਅਸਦ ਫੌਜੀ ਹਵਾਈ ਅੱਡੇ ਤੋਂ ਕਰੀਬ 5 ਮੀਲ ਦੂਰ ਹੈ।
ਅਮਰੀਕਾ ਨੇ ਪਿਛਲੇ ਹਫ਼ਤੇ ਸੀਰੀਆ ਇਰਾਕ ਦੀ ਸਰਹੱਦ ਨੇੜੇ ਈਰਾਨ ਸਮਰਥ ਮਿਲੀਸ਼ੀਆ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ, ਜਿਸ ਵਿੱਚ ਮਿਲੀਸ਼ੀਆ ਦੇ ਇੱਕ ਮੈਂਬਰ ਦੀ ਮੌਤ ਹੋ ਗਈ। ਅਮਰੀਕਾ ਦੇ ਉਸ ਹਮਲੇ ਤੋਂ ਬਾਅਦ ਇਹ ਪਹਿਲਾ ਹਮਲਾ ਹੈ। ਅਮਰੀਕੀ ਹਮਲੇ ਤੋਂ ਬਾਅਦ ਤੋਂ ਜਵਾਬੀ ਹਮਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਪਿਛਲੇ ਸਾਲ ਬਗਦਾਦ ਹਵਾਈ ਅੱਡੇ ਤੇ ਬਾਹਰ ਅਮਰੀਕਾ ਦੇ ਹਮਲੇ ਵਿੱਚ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ। ਬੁੱਧਵਾਰ ਨੂੰ ਉਸੇ ਫੌਜ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਤੇ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਪਿਛਲੇ ਸਾਲ ਜਨਵਰੀ ਵਿੱਚ ਈਰਾਨ ਨੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਮੈਕਸੀਕੋ ਦੀ ਸਰਹੱਦ ਦੇ ਨੇੜੇ ਖੇਤਾਂ 'ਚੋਂ ਲੰਘ ਰਹੇ ਦੋ ਮਾਰਗੀ ਹਾਈਵੇ ਤੇ 25 ਵਿਅਕਤੀਆਂ ਨਾਲ ਭਰੇ ਇੱਕ SUV ਨੇ ਇੱਕ ਆ ਰਹੇ ਟਰੈਕਟਰ ਟ੍ਰੇਲਰ ਨੂੰ ਜਾ ਟੱਕਰ ਮਾਰੀ, ਜਿਸ ਕਾਰਨ 13 ਦੀ ਮੌਤ ਹੋਈ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਕੁਝ ਮੁਸਾਫਰ 1997 ਦੇ ਫੋਰਡ ਐਕਸਪੀਡੀਸ਼ਨ 'ਚੋਂ ਅਜੇ ਵੀ ਲਾਸ਼ਾਂ ਕੱਢ ਰਹੇ ਸਨ। ਕੁਝ ਹੋਰ ਪੀੜਤ ਖੇਤਾਂ 'ਚ ਘੁੰਮ ਰਹੇ ਸਨ। ਇਹ ਹਾਈਵੇ ਸੈਨ ਡਿਏਗੋ ਤੋਂ 125 ਮੀਲ ਪੂਰਬ ਵੱਲ ਕੈਲੀਫੋਰਨੀਆ ਦੇ ਖੇਤੀਬਾੜੀ ਦੱਖਣ ਪੂਰਬੀ ਕੋਨੇ ਵਿੱਚ ਖੇਤਾਂ 'ਚੋਂ ਲੰਘਦਾ ਹੈ। ਕੈਲੀਫੋਰਨੀਆ ਦੇ ਹਾਈਵੇ ਪੈਟਰੋਲਿੰਗ ਮੁਖੀ ਉਮਰ ਵਾਟਸਨ ਨੇ ਕਿਹਾ ਕਿ ਇੱਕ ਹੋਰ ਵਿਅਕਤੀ ਦੀ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਐਲ ਸੈਂਟਰੋ ਰੀਜਨਲ ਮੈਡੀਕਲ ਸੈਂਟਰ 'ਚ 6 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਬੁਲਾਰੇ ਟੌਡ ਬਰਗ ਨੇ ਦੱਸਿਆ ਕਿ 4 ਲੋਕਾਂ ਨੂੰ ਪਾਮ ਸਪ੍ਰਿੰਗਸ ਦੇ ਡੇਟਰਸ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਦੂਜਾ ਸਥਿਰ ਹੈ। ਫੋਰਡ SUV ਦਾ 28 ਸਾਲਾ ਡਰਾਈਵਰ ਮੈਕਸੀਕਨ ਦੀ ਮੌਤ ਹੋ ਗਈ। ਵੱਡੇ ਟਰੱਕ ਦਾ 69 ਸਾਲਾ ਡਰਾਈਵਰ, ਜੋ ਕਿ ਨੇੜਲੇ ਐਲ ਸੈਂਟਰੋ ਦਾ ਰਹਿਣ ਵਾਲਾ ਹੈ, ਨੂੰ ਦਰਮਿਆਨੀਆਂ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਜਾਂਚ ਪੜਤਾਲ ਕਰੇਗੀ ਕਿ ਇੰਨੇ ਲੋਕਾਂ ਨੂੰ 1997 ਦੇ ਫੋਰਡ ਮੁਹਿੰਮ ਵਿੱਚ ਕਿਉਂ ਫਸਾਇਆ ਗਿਆ। ਇਹ ਵਾਹਨ ਸਿਰਫ 8 ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਬਣਾਇਆ ਗਿਆ ਸੀ। ਵਾਟਸਨ ਨੇ ਕਿਹਾ, ਇਹ ਮੰਦਭਾਗਾ ਹੈ ਕਿ ਇਹ ਸਾਰੇ ਲੋਕਾਂ ਨੂੰ ਉਸ ਵਾਹਨ 'ਚ ਕਿਉਂ ਬਿਠਾਇਆ ਗਿਆ ਸੀ। ਆਸਟ੍ਰੇਲੀਆ ਤੋਂ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਖਬਰ ਹੈ। ਇੱਥੇ ਰਾਜ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਨਾਲ ਸੰਬੰਧਿਤ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਦੇਸ਼ ਦੇ ਪਹਿਲੇ ਸਿੱਖ ਸਕੂਲ ਨੂੰ ਬਣਾਉਣ ਲਈ ਪੱਛਮੀ ਸਿਡਨੀ ਨੂੰ ਚੁਣਿਆ ਹੈ। ਇੱਥੇ ਉਕਤ ਸਕੂਲ ਨੂੰ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਿੱਖ ਗ੍ਰਾਮਰ ਸਕੂਲ ਨੂੰ ਰੋਜ਼ ਹਿਲ ਵਿਖੇ ਟੈਲਾਵਾਕ ਸੜਕ ਤੇ ਬਣਾਇਆ ਜਾਵੇਗਾ, ਜੋ ਕਿ ਰਾਜ ਅੰਦਰ ਸਿੱਖ ਭਾਈਚਾਰੇ ਦੀ ਵੱਧ ਰਹੀ ਆਬਾਦੀ ਲਈ ਆਪਣੀਆਂ ਸੇਵਾਵਾਂ ਨਿਭਾਏਗਾ। ਇਸ ਸਕੂਲ ਵਿੱਚ 1260 ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਇਹ ਸਕੂਲ ਐਨਾਵੋਂਗ ਮੈਟਰੋ ਸਟੇਸ਼ਨ ਦੇ ਨਜ਼ਦੀਕ ਹੀ ਬਣਾਇਆ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਰਾਜ ਅੰਦਰ ਵੱਖ-ਵੱਖ ਧਾਰਮਿਕ ਭਾਈਚਾਰਿਆਂ ਲਈ ਸਕੂਲ ਪਹਿਲਾਂ ਹੀ ਮੌਜੂਦ ਹਨ, ਜਿਵੇਂ ਕਿ ਈਸਾਈਆਂ, ਮੁਸਲਿਮਾਂ ਅਤੇ ਯਹੂਦੀਆਂ ਆਦਿ ਲਈ, ਪਰ ਸਿੱਖ ਸਕੂਲ ਆਪਣੀ ਕਿਸਮ ਦਾ ਨਿਵੇਕਲਾ ਸਕੂਲ ਹੋਵੇਗਾ ਅਤੇ ਇਸ ਦੀ ਮੰਗ ਵੀ ਸਿੱਖ ਭਾਈਚਾਰੇ ਵੱਲੋਂ ਕਾਫੀ ਦੇਰ ਤੋਂ ਕੀਤੀ ਜਾ ਰਹੀ ਸੀ। ਇਸ ਸਕੂਲ ਅੰਦਰ ਸਿੱਖ ਇਤਿਹਾਸ ਨਾਲ ਜੁੜੇ ਅਤੇ ਹੋਰ ਵਿਸ਼ੇ ਵੀ ਪੜ੍ਹਾਏ ਜਾਣਗੇ। ਰਿਵਰਸਟੋਨ ਤੋਂ MP ਕੈਵਿਨ ਕੈਨੋਲੀ ਨੇ ਕਿਹਾ ਹੈ ਕਿ ਸਰਕਾਰ ਦਾ ਇਹ ਕਦਮ ਬਹੁਤ ਹੀ ਉੱਤਮ ਕਦਮ ਹੈ ਅਤੇ ਇਸ ਨਾਲ ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇਹ ਸਕੂਲ 2023 ਤੱਕ ਬਣ ਕੇ ਤਿਆਰ ਹੋ ਜਾਵੇਗਾ ਤੇ ਇਸ ਸਮੇਂ ਦੌਰਾਨ ਹੀ ਇਸ ਵਿੱਚ ਪੜ੍ਹਾਈ ਸ਼ੁਰੂ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ। 110 ਏਕੜ ਦੇ ਰਕਬੇ ਵਿੱਚ ਬਣਾਏ ਜਾਣ ਵਾਲੇ ਇਸ ਸਕੂਲ ਪ੍ਰੋਜੈਕਟ ਲਈ ਸਰਕਾਰ ਨੇ $167 ਮਿਲੀਅਨ ਤੋਂ ਵੀ ਜ਼ਿਆਦਾ ਦਾ ਬਜਟ ਪ੍ਰਦਾਨ ਕੀਤਾ ਹੈ। ਇਸ ਦੌਰਾਨ 280 ਤਾਂ ਉਸਾਰੀ ਲਈ ਰੋਜ਼ਗਾਰ ਪੈਦਾ ਹੋਣਗੇ ਅਤੇ ਇਸ ਤੋਂ ਬਾਅਦ 120 ਆਪਰੇਸ਼ਨਲ ਰੋਜ਼ਗਾਰ ਵੀ ਮੁਹੱਈਆ ਕਰਵਾਏ ਜਾਣਗੇ ਅਤੇ ਹੋਰ ਹਜ਼ਾਰਾਂ ਹੀ ਲੋਕਾਂ ਨੂੰ ਇਸ ਦਾ ਸਿੱਧੇ ਅਤੇ ਅਸਿੱਧੇ ਤੌਰ ਤੇ ਫਾਇਦਾ ਹੋਵੇਗਾ। ਇਸ ਨਵੇਂ ਸਕੂਲ ਵਿੱਚ 86 ਬੱਚਿਆਂ ਲਈ ਤਾਂ ਅਰਲੀ ਲਰਨਿੰਗ ਸੈਂਟਰ ਵੀ ਹੋਣਗੇ। ਇਸ ਵਿੱਚ ਬੋਰਡਿੰਗ ਆਦਿ ਦੀਆਂ ਸੁਵਿਧਾਵਾਂ ਸਟਾਫ ਅਤੇ ਵਿਦਿਆਰਥੀਆਂ ਦੋਹਾਂ ਲਈ ਹੀ ਉਪਲਬਧ ਹੋਣਗੀਆਂ ਅਤੇ ਇਸ ਤੋਂ ਇਲਾਵਾ ਅੰਦਰ-ਬਾਹਰ ਅਤੇ ਬਾਹਰ-ਬਾਹਰ ਦੀਆਂ ਖੇਡਾਂ ਦੇ ਇੰਤਜ਼ਾਮ, ਲਾਇਬ੍ਰੇਰੀ ਅਤੇ ਪੂਜਾ ਅਰਚਨਾ ਦੀਆਂ ਥਾਵਾਂ ਵੀ ਬਣਾਈਆਂ ਜਾਣਗੀਆਂ। ਮੰਗਲ ਗ੍ਰਹਿ ਤੇ ਸ਼ਹਿਰ ਵਸਾਉਣ ਦਾ ਸੁਪਨਾ ਦੇਖ ਰਹੇ ਅਰਬਪਤੀ ਐਲਨ ਮਸਕ ਦੇ ਸੁਪਨੇ ਨੂੰ ਬੁੱਧਵਾਰ ਨੂੰ ਇੱਕ ਨਵੀਂ ਉਡਾਣ ਮਿਲੀ। ਮਸਕ ਦੀ ਕੰਪਨੀ SpaceX ਦਾ ਸਟਾਰਸ਼ਿਪ SN10 ਪਹਿਲੀ ਵਾਰ ਹਵਾ ਵਿੱਚ ਕਰੀਬ 6 ਮੀਲ ਦੀ ਉਚਾਈ ਤੱਕ ਗਿਆ, ਪਰ ਧਰਤੀ ਤੇ ਉਤਰਨ ਦੇ 10 ਮਿੰਟ ਬਾਅਦ ਇਸ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਲਾਂਚ ਪੈਡ ਤੇ ਹੀ ਇਹ ਸੜਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ। SpaceX ਦੀ ਟੀਮ ਨੇ ਇਸ ਉਡਾਣ ਨੂੰ ਜਿਵੇਂ ਹੀ ਸਫਲ ਕਰਾਰ ਦਿੱਤਾ, ਇਹ ਰਾਕੇਟ ਅੱਗ ਦੇ ਗੋਲਿਆਂ ਵਿੱਚ ਬਦਲ ਗਿਆ। SpaceX ਦੇ ਰਾਕੇਟ ਸਟਾਰਸ਼ਿਪ SN10 ਨੇ ਉਡਾਣ ਭਰੀ ਅਤੇ ਬਿਨਾਂ ਨਸ਼ਟ ਹੋਏ ਧਰਤੀ ਤੇ ਲੈਂਡਿੰਗ ਕੀਤੀ। SN10 ਰਾਕੇਟ ਧਰਤੀ ਤੋਂ ਕਰੀਬ 6 ਮੀਲ ਉਚਾਈ ਤੱਕ ਗਿਆ। ਇਸ ਦੌਰਾਨ ਉਤਰਨ ਦੇ ਕਰੀਬ 10 ਮਿੰਟ ਬਾਅਦ ਇਹ ਰਾਕੇਟ ਆਪਣੇ ਸਾਬਕਾ ਪ੍ਰੋਟੋਟਾਈਪ SN8 ਅਤੇ SN9 ਵਾਂਗ ਹੀ ਅੱਗ ਦੇ ਗੋਲਿਆਂ ਵਿੱਚ ਬਦਲ ਗਿਆ। SpaceX ਦੇ CEO ਐਲਨ ਮਸਕ ਨੇ ਰਾਕੇਟ ਦੇ ਬਿਨਾਂ ਨਸ਼ਟ ਹੋਏ ਲੈਂਡਿੰਗ ਕਰਨ ਦੀ ਉਸ ਦੀ ਤਾਰੀਫ ਕੀਤੀ ਹੈ। SN10 ਰਾਕੇਟ ਵਿੱਚ ਧਮਾਕੇ ਦੇ ਕਾਰਨਾਂ ਦੇ ਹਾਲੇ ਤੱਕ ਨਹੀਂ ਪਤਾ ਚੱਲਿਆ। ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਤੇਜ਼ ਗੈਰ ਨਿਯੋਜਿਤ ਵਿਗਟ ਕਰਾਰ ਦਿੰਦੇ ਨੇ। ਕੁਝ ਸੂਤਰਾਂ ਦਾ ਦਾਅਵਾ ਹੈ ਕਿ ਰਾਕੇਟ ਦੇ ਲੈਂਡਿੰਗ ਲੇਗ ਬੇਸ ਨੇ ਨਾਲ ਜੁੜੇ ਨਹੀਂ ਸਨ, ਜਿਸ ਨਾਲ ਇਹ ਰਾਕੇਟ ਅਸੰਤੁਲਿਤ ਹੋ ਗਿਆ।
ਉੱਥੇ ਕੁਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਰਾਕੇਟ ਅੰਦਰ ਮੀਥੇਨ ਗੈਸ ਲੀਕ ਹੋਈ। ਇਹ ਰਾਕੇਟ ਟੈਕਸਾਸ ਸਥਿਤ ਸਪੇਸਐਕਸ ਦੇ ਬੋਕਾ ਚੀਕਾ ਤੋਂ ਉੱਡਿਆ ਸੀ ਅਤੇ ਉਸੇ ਰਸਤੇ ਵਿੱਚ ਵੱਧ ਰਿਹਾ ਸੀ ਜਿਸ ਰਸਤੇ ਤੇ SN8 ਅਤੇ SN9 ਵਧੇ ਸਨ। SN10 ਰਾਕੇਟ ਵਿੱਚ 3 ਇੰਜਣ ਲੱਗੇ ਸਨ ਅਤੇ ਸਪੇਸ ਵੱਲ ਵੱਧਦੇ ਸਮੇਂ ਇਹਨਾਂ ਵਿੱਚੋਂ 2 ਇੰਜਣ ਇੱਕ ਕਰਕੇ ਵੱਖਰੇ ਹੋ ਗਏ। ਸਿਰਫ 4 ਮਿੰਟ ਵਿੱਚ SN10 ਰਾਕੇਟ ਆਕਾਸ਼ ਵਿੱਚ 6 ਮੀਲ ਦੀ ਉਚਾਈ ਤੱਕ ਪਹੁੰਚ ਗਿਆ। ਉੱਥੇ ਕੁਝ ਦੇਰ ਚੱਕਰ ਕੱਟਣ ਮਗਰੋਂ ਰਾਕੇਟ ਆਪਣੇ ਇੱਕ ਇੰਜਨ ਦੀ ਮਦਦ ਨਾਲ ਸਫਲਤਾਪੂਰਵਕ ਧਰਤੀ ਤੇ ਪਰਤ ਆਇਆ, ਪਰ ਉਤਰਨ ਦੇ ਬਾਅਦ ਹੀ ਉਸ ਵਿੱਚ ਧਮਾਕਾ ਹੋ ਗਿਆ। ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ 100 ਤੋਂ ਵੱਧ ਲੇਬਰ ਕਮਿਊਨਿਟੀ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਨੇ ਭਾਰਤ ਦੇ ਕਿਸਾਨਾਂ ਨਾਲ ਇਕਜੁੱਟਤਾ ਜ਼ਾਹਿਰ ਕਰਨ ਲਈ ਸਾਂਝਾ ਬਿਆਨ ਜਾਰੀ ਕੀਤਾ। ਇਹਨਾਂ ਸੰਸਥਾਵਾਂ ਵਿੱਚ ਕੈਨੇਡੀਅਨ ਲੇਬਰ ਕਾਂਗਰਸ, ਅਲਬਰਟਾ ਫੈਡਰੇਸ਼ਨ ਆਫ ਲੇਬਰ, ਬ੍ਰਿਟਿਸ਼ ਕੋਲੰਬੀਆ ਫੈਡਰੇਸ਼ਨ ਆਫ ਲੇਬਰ, ਬ੍ਰਿਟਿਸ਼ ਕੋਲੰਬੀਆ ਟੀਚਰਸ ਫੈਡਰੇਸ਼ਨ, ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼, ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼, ਮੈਨੀਟੋਬਾ ਫੈਡਰੇਸ਼ਨ ਆਫ ਲੇਬਰ, ਨੈਸ਼ਨਲ ਯੂਨੀਅਨ ਆਫ ਪਬਲਿਕ ਐਂਡ ਜਨਰਲ ਇੰਪਲਾਈਜ਼ ਅਤੇ ਕਈ ਹੋਰ ਸੰਗਠਨ ਸ਼ਾਮਲ ਨੇ। ਇੱਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਬਸਤੀਵਾਦ ਦੇ ਸ਼ਾਸਨ ਦੌਰਾਨ ਘਿਰਣਾਯੋਗ ਨਮਕ ਕਾਨੂੰਨ ਵਿਰੁੱਧ ਮਹਾਤਮਾ ਗਾਂਧੀ ਦੇ ਇਤਿਹਾਸਕ ਡਾਂਡੀ ਮਾਰਚ ਨੂੰ ਪਛਾੜਦਿਆਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨੀ ਅੰਦੋਲਨ ਭਾਰਤੀ ਇਤਿਹਾਸ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਲੰਬਾ ਨਿਰੰਤਰ ਚੱਲ ਰਿਹਾ ਹੈ। ਅਹਿੰਸਕ ਅੰਦੋਲਨ ਬਣ ਗਿਆ ਹੈ। ਇਹਨਾਂ ਕਾਨੂੰਨਾਂ ਨੂੰ ਕਿਸਾਨ ਜਾਂ ਉਹਨਾਂ ਦੇ ਨੁਮਾਇੰਦਿਆਂ ਕਿਸਾਨ ਯੂਨੀਅਨਾਂ ਨਾਲ ਸਲਾਹ ਮੁਸ਼ਵਰੇ ਕੀਤੇ ਬਿਨਾਂ ਤਿਆਰ ਕੀਤਾ ਗਿਆ ਸੀ। ਬਿਆਨ ਵਿੱਚ ਲਿਖਿਆ ਗਿਆ ਹੈ ਕਿ ਕਿਸਾਨਾਂ ਨੇ ਇਹਨਾਂ ਕਾਨੂੰਨਾਂ ਦਾ ਨਿਰੰਤਰ ਵਿਰੋਧ ਕੀਤਾ ਹੈ ਜੋ ਕਿ ਕਈ ਦਹਾਕਿਆਂ ਤੋਂ ਵੱਖ-ਵੱਖ ਸਰਕਾਰਾਂ ਦੁਆਰਾ ਕਿਸਾਨਾਂ ਨਾਲ ਕੀਤੇ ਵਾਅਦਿਆਂ ਅਤੇ ਵਚਨਬੱਧਤਾਵਾਂ ਦੇ ਵਿਰੁੱਧ ਹੈ। ਗੌਰਤਲਬ ਹੈ ਕਿ ਕਈ ਮਹੀਨਿਆਂ ਤੋਂ ਸੈਂਕੜੇ ਕਿਸਾਨ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ ਅਤੇ ਉਹਨਾਂ ਨੇ ਦਿੱਲੀ ਸਰਦੀਆਂ ਦੇ ਨੇੜੇ ਠੰਡ ਦੀ ਸਥਿਤੀ ਵਿੱਚ ਵਾਟਰ ਤੋਪਾਂ, ਥਰੂ ਗੈਸ ਅਤੇ ਬੈਰੀਕੇਡ ਸਮੇਤ ਪੁਲਿਸ ਦੇ ਜ਼ੁਲਮਾਂ ਦਾ ਸਾਹਮਣਾ ਕੀਤਾ ਹੈ। ਸਖਤ ਹਾਲਾਤਾਂ ਦੇ ਨਤੀਜੇ ਵਜੋਂ ਘੱਟੋ-ਘੱਟ 220 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਸੰਸਥਾਵਾਂ ਮੁਤਾਬਕ ਅਸੀਂ ਕਿਸਾਨਾਂ ਦੀ ਬਹਾਦਰੀ ਨੂੰ ਸਲਾਮ ਕਰਦੇ ਹਾਂ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਇਸ ਦੇ ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਇਸ ਮਾਮਲੇ ਤੇ ਜਲਦ ਕੋਈ ਫੈਸਲਾ ਲਵੇ। ਮਿਆਂਮਾਰ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 38 ਮੁਜ਼ਾਹਰਾਕਾਰੀਆਂ ਦੀ ਜਾਨ ਚਲੀ ਗਈ। ਸੰਯੁਕਤ ਰਾਸ਼ਟਰ ਨੇ ਇਸ ਨੂੰ 1 ਮਹੀਨਾ ਪਹਿਲਾਂ ਹੋਏ ਫੌਜੀ ਰਾਜ ਪਲਟੇ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਖੂਨੀ ਦਿਨ ਕਿਹਾ ਹੈ। ਮਿਆਂਮਾਰ ਵਿੱਚ UN ਦੀ ਦੂਤ ਕ੍ਰਿਸਟੀਨ ਸ਼ੈਰਨਰ ਵਰਗਰਨਰ ਨੇ ਕਿਹਾ ਕਿ ਦੇਸ਼ ਭਰ ਵਿੱਚ ਡਰਾਉਣੀਆਂ ਤਸਵੀਰਾਂ ਮਿਲ ਰਹੀਆਂ ਨੇ। ਚਸ਼ਮਦੀਦਾਂ ਮੁਤਾਬਕ ਸੁਰੱਖਿਆ ਦਸਤਿਆਂ ਨੇ ਰਬੜ ਦੇ ਨਾਲ-ਨਾਲ ਅਸਲੀ ਗੋਲੀਆਂ ਦੀ ਵਰਤੋਂ ਵੀ ਕੀਤੀ। 1 ਫਰਵਰੀ ਦੇ ਰਾਜ ਪਲਟੇ ਤੋਂ ਬਾਅਦ ਸਿਵਲ ਨਾਫਰਮਾਨੀ ਵਜੋਂ ਦੇਸ਼ ਵਿਆਪੀ ਮੁਜ਼ਾਹਰੇ ਹੋ ਰਹੇ ਨੇ। ਮੁਜ਼ਾਹਰਾਕਾਰੀਆਂ ਆਂਗ ਸਾਨ ਸੂ ਚੀ ਸਮੇਤ ਚੁਣੇ ਹੋਏ ਆਗੂਆਂ ਦੀ ਰਿਹਾਈ ਅਤੇ ਫੌਜੀ ਹਕੂਮਤ ਖਤਮ ਕਰਨ ਦੀ ਮੰਗ ਕਰ ਰਹੇ ਨੇ। ਸੂਚੀ ਬਰਤਰਫਗੀ ਤੋਂ ਬਾਅਦ ਹਿਰਾਸਤ ਵਿੱਚ ਹਨ। ਰਾਜ ਪਲਟੇ ਅਤੇ ਸੂਚੀ ਦੀ ਹਿਰਾਸਤ ਦੀ ਕੌਮਾਂਤਰੀ ਪੱਧਰ ਤੇ ਨਿੰਦਾ ਹੋਈ ਹੈ ਜਿਸ ਨੂੰ ਹਾਲੇ ਤੱਕ ਉੱਥੋਂ ਦੀ ਫੌਜੀ ਹਕੂਮਤ ਨੇ ਨਜ਼ਰਅੰਦਾਜ਼ ਕੀਤਾ ਹੈ। ਘਟਨਾਕ੍ਰਮ ਤੋਂ ਬਾਅਦ ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਦੀ ਬੈਠਕ ਦਾ ਸੱਦਾ ਦਿੱਤਾ ਹੈ ਜਦਕਿ ਅਮਰੀਕਾ ਨੇ ਕਿਹਾ ਹੈ ਕਿ ਉਹ ਮਿਆਂਮਾਰ ਦੀ ਫੌਜ ਤੇ ਅਗਲੇਰੀ ਕਾਰਵਾਈ ਬਾਰੇ ਵਿਚਾਰ ਕਰ ਰਿਹਾ ਹੈ। ਮਿਆਂਮਾਰ ਦੇ ਗੁਆਂਢੀ ਮੁਲਕ ਵੀ ਫੌਜ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕਰ ਚੁੱਕੇ ਨੇ। ਟੈਕਸਾਸ ਸੂਬੇ ਦੇ ਲੋਕਾਂ ਨੂੰ 10 ਮਾਰਚ ਤੋਂ ਮਾਸਕ ਪਹਿਨ ਕੇ ਰੱਖਣ ਦੇ ਹੁਕਮਾਂ ਤੋਂ ਨਿਜਾਤ ਮਿਲੇਗੀ ਤੇ ਸੂਬੇ ਵਿੱਚ ਸਾਰੇ ਵਪਾਰਕ ਅਦਾਰਿਆਂ ਨੂੰ 100% ਦੀ ਸਮਰੱਥਾ ਨਾਲ ਖੋਲ੍ਹਿਆ ਜਾਵੇਗਾ। ਸੂਬੇ ਦੇ ਗਵਰਨਰ ਗ੍ਰੈਗ ਐਬਟ ਨੇ ਇਹ ਐਲਾਨ ਕੀਤਾ। ਇਸ ਨਾਲ ਅਮਰੀਕਾ ਦੇ ਸਭ ਤੋਂ ਵੱਡੇ ਸੂਬੇ ਟੈਕਸਾਸ ਵਿੱਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਵਾਲੀ ਸਭ ਤੋਂ ਜ਼ਰੂਰੀ ਇਹਤਿਆਤ ਨੂੰ ਖਤਮ ਕਰ ਦਿੱਤਾ ਜਾਵੇਗਾ। ਰਿਪਬਲਿਕਨ ਆਗੂ ਵੱਲੋਂ ਕੀਤੇ ਇਸ ਐਲਾਨ ਨਾਲ ਸੂਬੇ ਦੇ ਡਾਕਟਰ ਤੇ ਆਗੂ ਚਿੰਤਤ ਨੇ ਕਿਉਂਕਿ ਟੈਕਸਾਸ ਵਿੱਚ ਕੋਰੋਨਾ ਵਾਇਰਸ ਨਾਲ 42,000 ਲੋਕਾਂ ਨੂੰ ਜਾਨ ਗਵਾਉਣੀ ਪਈ ਹੈ। ਦੂਜੇ ਪਾਸੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਇਹ ਸਪਸ਼ਟ ਕੀਤਾ ਹੈ ਕਿ ਕੋਰੋਨਾ ਵਾਇਰਸ ਨੂੰ ਦੇਸ਼ ਤੇ ਫੈਲਣ ਤੋਂ ਰੋਕਣ ਲਈ ਇਸ ਨਾਲ ਸੰਬੰਧਿਤ ਹਦਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਅਤੇ ਪੱਤਰਕਾਰਤਾ ਦੀ ਆਜ਼ਾਦੀ ਦੇ ਸੰਬੰਧ ਵਿੱਚ ਕੌਂਸਲਰ ਗੁਰਚਰਨ ਸਿੰਘ ਵੱਲੋਂ ਦਾਇਰ ਪਟੀਸ਼ਨ ਤੇ 1,15,000 ਤੋਂ ਵੱਧ ਲੋਕਾਂ ਵੱਲੋਂ ਕੀਤੇ ਦਸਤਖਤਾਂ ਦਾ ਅਸਰ 8 ਮਾਰਚ 2021 ਦਿਨ ਸੋਮਵਾਰ ਨੂੰ ਵਿਖਾਈ ਦੇਵੇਗਾ। ਬਰਤਾਨੀਆ ਦੀ ਸੰਸਦੀ ਪਟੀਸ਼ਨ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਉਕਤ ਪਟੀਸ਼ਨ ਤੇ 8 ਮਾਰਚ ਨੂੰ ਸ਼ਾਮੀ 4:30 ਵਜੇ ਹਾਊਸ ਆਫ ਕਾਮਨਸ ਦੇ ਦੂਸਰੇ ਚੈਂਬਰ ਵੈਸਟਮਿਨਸਟਰ ਹਾਲ ਬਹਿਸ ਹੋਵੇਗੀ ਜਿਸ ਦੀ ਸ਼ੁਰੂਆਤ ਪਟੀਸ਼ਨ ਕਮੇਟੀ ਦਾ ਇੱਕ ਨੁਮਾਇੰਦਾ ਕਰੇਗਾ ਅਤੇ ਬਾਅਦ ਵਿੱਚ ਸੰਸਦ ਮੈਂਬਰ ਆਪਣੇ ਵਿਚਾਰ ਰੱਖਣਗੇ। ਇਹ ਬਹਿਸ ਵਿੱਚ ਵਿਰੋਧੀ ਧਿਰ ਦੇ ਫਰੰਟ ਬੈਂਚ ਦੇ ਬੁਲਾਰਿਆਂ ਤੋਂ ਇਲਾਵਾ ਇੱਕ ਮੰਤਰੀ ਵੀ ਸ਼ਾਮਲ ਹੋਵੇਗਾ। ਕੋਵਿਡ-19 ਦੇ ਚਲਦਿਆਂ ਲੱਗੀਆਂ ਪਾਬੰਦੀਆਂ ਕਾਰਨ ਜਿਹੜੇ ਸੰਸਦ ਮੈਂਬਰ ਨਿੱਜੀ ਤੌਰ ਤੇ ਸੰਸਦ ਨਾ ਪਹੁੰਚਣ ਉਹ ਇਸ ਬਹਿਸ ਤੇ ਵੀਡੀਓ ਲਿੰਕ ਰਾਹੀਂ ਹਿੱਸਾ ਲੈਣਗੇ। ਇੱਥੇ ਹੀ ਬਸ ਨਹੀਂ, ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਅਤੇ ਪੱਤਰਕਾਰਤਾ ਦੀ ਆਜ਼ਾਦੀ ਬਾਰੇ ਹੋਣ ਵਾਲੀ ਇਸ ਅਹਿਮ ਸੰਸਦੀ ਬਹਿਸ ਦਾ UK ਦੇ ਪਾਰਲੀਮੈਂਟ ਲਾਈਵ TV ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਸੇਵਕ ਸਿੰਘ ਅਤੇ ਕੁਲਦੀਪ ਸਿੰਘ ਨੇ ਪੰਜਾਬ ਰਾਫੇਲ ਦਾ ਨਾਂ ਦਿੱਤਾ ਹੈ। ਜਾਣਕਾਰੀ ਮੁਤਾਬਕ ਸੜਕ ਤੇ ਚੱਲਣ ਵਾਲੇ ਜਹਾਜ਼ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਕਿਹਾ ਜਾਂਦਾ ਹੈ ਕਿ ਅਕਸਰ ਆਪਣੇ ਆਸਮਾਨ 'ਚ ਉੱਡਣ ਵਾਲੇ ਅਤੇ ਪਾਣੀ 'ਚ ਚੱਲਣ ਵਾਲੇ ਜਹਾਜ਼ ਤਾਂ ਖੂਬ ਦੇਖੇ ਹੋਣਗੇ, ਪਰ ਬਠਿੰਡਾ ਵਿੱਚ ਇਨ ਦਿਨੀ ਸੜਕ ਤੇ ਦੌੜਨ ਵਾਲਾ ਜਹਾਜ਼ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਇਹ ਜਹਾਜ਼ ਰਾਮਾ ਮੰਡੀ ਦੇ ਮਿਸਤਰੀ ਗੁਰਸੇਵਕ ਸਿੰਘ ਅਤੇ ਕੁਲਦੀਪ ਸਿੰਘ ਆਰਕੀਟੈਕਟ ਰਾਮਪਾਲ ਬੇਨੀਵਾਲ ਨੇ ਤਿਆਰ ਕੀਤਾ ਹੈ। ਸੜਕਾਂ ਤੇ ਦੌੜਦੇ ਇਸ ਜਹਾਜ਼ ਦੀ ਇੰਟਰਨੈਟ ਮੀਡੀਆ ਤੇ ਖੂਬ ਚਰਚਾ ਹੈ। ਜਾਣਕਾਰੀ ਮਿਲਦੇ ਹੀ ਲੋਕ ਇਸ ਨੂੰ ਵੇਖਣ ਲਈ ਰਾਮਾ ਮੰਡੀ ਪਹੁੰਚਣ ਲੱਗੇ। ਇਸ ਤੇ 2.5 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਪਹਿਲਾਂ ਸਾਲ 2019 ਵਿੱਚ ਉਹਨਾਂ ਨੇ ਸਕ੍ਰੈਪ ਨਾਲ ਇੱਕ ਰੇਲਵੇ ਇੰਜਣ ਤਿਆਰ ਕੀਤਾ ਸੀ, ਜੋ ਕਿ ਰਿਫਾਈਨਰੀ ਦੀ ਟਾਊਨਸ਼ਿਪ ਵਿੱਚ ਸਥਾਪਿਤ ਕੀਤਾ ਗਿਆ। ਇਸ ਵਾਰ ਉਹਨਾਂ ਨੇ ਸੜਕ ਤੇ ਚੱਲਣ ਵਾਲੇ ਜਹਾਜ਼ ਬਾਰੇ ਸੋਚਿਆ। ਇਸ ਦੇ ਲਈ ਉਹਨਾਂ ਨੇ ਦਿਮਾਗ 'ਚ ਸਭ ਤੋਂ ਪਹਿਲਾਂ ਮਾਰੂਤੀ ਦਾ ਇੰਜਣ ਇਸਤੇਮਾਲ ਕਰਨ ਦਾ ਵਿਚਾਰ ਆਇਆ। ਬਸ ਫਿਰ ਕਿਸੇ ਕਰੀਬ 1 ਮਹੀਨੇ 'ਚ ਹੀ ਉਹਨਾਂ ਨੇ ਲੜਾਕੂ ਜਹਾਜ਼ ਦੀ ਸ਼ਕਲ ਲਈ ਇਹ ਜਹਾਜ਼ ਤਿਆਰ ਕਰ ਦਿੱਤਾ। ਇਸ ਨੂੰ ਕਰੀਬ 20 ਕਿਲੋਮੀਟਰ ਦੀ ਸਪੀਡ ਤੇ ਚਲਾਇਆ ਜਾ ਸਕਦਾ ਹੈ। ਸੜਕ ਤੇ ਦੌੜਨ ਵਾਲਾ ਇਹ ਜਹਾਜ਼ 9 ਫੁੱਟ ਚੌੜਾ ਤੇ 18 ਫੁੱਟ ਲੰਬਾ ਹੈ। ਇਸ ਦੀ ਕੇਵਲ ਮਾਰੂਤੀ ਦਾ ਇੰਜਨ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ 4 ਟਾਇਰ ਲਗਾਏ ਗਏ ਨੇ। ਅੱਗੇ ਵਾਲੇ 2 ਟਾਇਰ ਛੋਟੇ ਨੇ, ਜਦਕਿ ਪਿਛਲੇ ਦੋਵੇਂ ਟਾਇਰ ਵੱਡੇ ਨੇ। ਇਸ ਨੂੰ ਬਣਾਉਣ ਲਈ ਕੁੱਲ 2.5 ਲੱਖ ਰੁਪਏ ਦਾ ਖਰਚਾ ਆਇਆ। ਇਸ ਨੂੰ ਤਿਆਰ ਕੀਤੇ ਅਜੇ ਕੁਝ ਹੀ ਦਿਨ ਹੋਏ ਨੇ। ਲੋਕਾਂ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਬੇहद ਮਾਣ ਮਹਿਸੂਸ ਹੋ ਰਿਹਾ ਹੈ ਕਿ ਰਾਮਪਾਲ ਬੇਨੀਵਾਲ ਦੀ ਵਜ੍ਹਾ ਨਾਲ ਉਹਨਾਂ ਦੇ ਪਿੰਡ ਦਾ ਨਾਮ ਮਸ਼ਹੂਰ ਹੋ ਗਿਆ। ਚੀਨ ਨੇ ਦਸੰਬਰ ਵਿੱਚ ਹਾਂਗਕਾਂਗ ਪਾਸਪੋਰਟ ਧਾਰਕਾਂ ਨੂੰ ਸੁਰੱਖਿਆ ਵੀਜ਼ਾ ਦੇਣ ਨੂੰ ਲੈ ਕੇ ਆਸਟ੍ਰੇਲੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਹਾਂਗਕਾਂਗ ਦੇ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਕਰਨ ਤੋਂ ਗੁਰੇਜ਼ ਕਰੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਸੋਮਵਾਰ ਨੂੰ ਕਿਹਾ ਕਿ ਹਾਂਗਕਾਂਗ ਨਾਲ ਸੰਬੰਧਿਤ ਮੁੱਦਿਆਂ ਤੇ ਚੀਨ ਦੀ ਸਥਿਤੀ ਇਕਸਾਰ ਅਤੇ ਸਪਸ਼ਟ ਹੈ। ਚੀਨੀ ਸੂਬਾ ਮੀਡੀਆ ਗਲੋਬਲ ਟਾਈਮਜ਼ ਨੇ ਵਾਂਗ ਹਵਾਲੇ ਤੋਂ ਕਿਹਾ ਕਿ ਹਾਂਗਕਾਂਗ ਦੇ ਮਾਮਲੇ ਪੂਰੀ ਤਰ੍ਹਾਂ ਨਾਲ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਆਉਂਦੇ ਨੇ। ਕਿਸੇ ਵੀ ਵਿਦੇਸ਼ੀ ਨੂੰ ਦੇਸ਼ ਨੂੰ ਦਖਲ-ਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਹੈ। ਵਾਂਗ ਨੇ ਕਿਹਾ ਕਿ ਚੀਨ ਆਸਟ੍ਰੇਲੀਆ ਨੂੰ ਅਪੀਲ ਕਰਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਹਾਂਗਕਾਂਗ ਦੇ ਮਾਮਲੇ ਅਤੇ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰੇ ਤਾਂ ਕਿ ਚੀਨ ਆਸਟ੍ਰੇਲੀਆ ਸੰਬੰਧਾਂ ਨੂੰ ਹੋਰ ਨੁਕਸਾਨ ਨਾ ਪਹੁੰਚ ਸਕੇ। ਸਬ ਕਲਾਸ 886 ਅਨਸ਼ੋਰ ਪ੍ਰੋਟੈਕਸ਼ਨ ਵੀਜ਼ਾ ਤੇ ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਦੀ ਇੱਕ ਰਿਪੋਰਟ ਨੇ ਸੰਕੇਤ ਦਿੱਤਾ ਕਿ 5 ਤੋਂ ਘੱਟ ਹਾਂਗਕਾਂਗ ਪਾਸਪੋਰਟ ਧਾਰਕਾਂ ਕੋਲ ਦਸੰਬਰ ਵਿੱਚ ਉਹਨਾਂ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਸਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਨੁਰਾਗ ਕਸ਼ਯਪ ਸਮੇਤ ਕੁਝ ਫਿਲਮ ਨਿਰਮਾਤਾਵਾਂ ਅਤੇ ਅਭਿਨੇਤਰੀ ਤਾਪਸੀ ਪੰਨੂ ਦੇ ਘਰਾਂ ਅਤੇ ਦਫ਼ਤਰਾਂ ਤੇ ਇਨਕਮ ਟੈਕਸ ਮਹਿਕਮੇ ਦੀ ਛਾਪੇਮਾਰੀ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨ ਸਮਰਥਕਾਂ ਤੇ ਛਾਪੇਮਾਰੀ ਕਰਵਾ ਰਹੀ ਹੈ। ਰਾਹੁਲ ਨੇ ਟਵੀਟ ਕੀਤਾ ਕਿ ਕੁਝ ਮੁਹਾਵਰੇ ਉਂਗਲੀਆਂ ਤੇ ਨਚਾਉਣਾ ਕੇਂਦਰ ਸਰਕਾਰ ਇਨਕਮ ਟੈਕਸ ਮਹਿਕਮੇ ED CBI ਨਾਲ ਇਹ ਕਰਦੀ ਹੈ। ਭੀਗੀ ਬਿੱਲੀ ਬਣਨਾ ਕੇਂਦਰ ਸਰਕਾਰ ਨੇ ਸਾਹਮਣੇ ਮਿੱਤਰ ਮੀਡੀਆ ਖਿਸਿਆਨੀ ਬਿੱਲੀ ਖੰਭਾ ਹੇਠਾਂ ਜਿਵੇਂ ਕੇਂਦਰ ਸਰਕਾਰ ਕਿਸਾਨ ਸਮਰਥਕਾਂ ਤੇ ਰੇਡ ਕਰਾਉਂਦੀ ਹੈ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਮਹਿਕਮੇ ਨੇ ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਅਤੇ ਫਿਲਮਕਾਰ ਅਨੁਰਾਗ ਕਸ਼ਯਪ ਦੇ ਘਰਾਂ ਤੇ ਦਫ਼ਤਰਾਂ ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਫੈਂਟਮ ਫਿਲਮ ਖਿਲਾਫ ਟੈਕਸ ਚੋਰੀ ਦੀ ਜਾਂਚ ਦਾ ਇੱਕ ਹਿੱਸਾ ਹੈ। ਉਹਨਾਂ ਨੇ ਦੱਸਿਆ ਕਿ ਛਾਪੇਮਾਰੀ ਬੰਬਈ ਅਤੇ ਪੁਣੇ ਵਿੱਚ 30 ਥਾਵਾਂ ਤੇ ਕੀਤੀ ਗਈ, ਜਿਸ ਵਿੱਚ ਰਿਲਾਇੰਸ ਐਂਟਰਟੇਨਮੈਂਟ ਗਰੁੱਪ ਦੇ CEO ਸੁਭਾਸ਼ੀਸ਼ ਸਰਕਾਰ, ਸੈਲੀਬ੍ਰਿਟੀ ਅਤੇ ਪ੍ਰਤਿਭਾ ਕੰਪਨੀ ਦੇ ਕੁਝ ਅਧਿਕਾਰੀ ਵੀ ਸ਼ਾਮਲ ਨੇ। ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਸਥਿਤ ਤਾਜ ਮਹਿਲ ਵਿੱਚ ਬੰਬ ਹੋਣ ਦੀ ਖਬਰ ਮਿਲੀ, ਪਰ ਇਹ ਸੂਚਨਾ ਫਰਜ਼ੀ ਨਿਕਲੀ। ਹਾਲਾਂਕਿ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਤਾਜ ਮਹਿਲ ਦੇ ਅੰਦਰ ਮੌਜੂਦਾ ਸੈਲਾਨੀਆਂ ਨੂੰ ਬਾਹਰ ਕੱਢ ਦਿੱਤਾ ਗਿਆ। ਪੁਲਿਸ ਨੂੰ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਵਿਸਫੋਟਕ ਰੱਖਣ ਦੀ ਸੂਚਨਾ ਦਿੱਤੀ, ਜਿਸ ਨੂੰ ਹੁਣ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਸੀ। ਹਾਲਾਂਕਿ ਹੁਣ ਤਾਜ ਮਹਿਲ ਮੁੜ ਖੋਲ ਦਿੱਤਾ ਗਿਆ ਹੈ। ਬੰਬ ਦੀ ਸੂਚਨਾ ਮਿਲਦੇ ਹੀ ਤਾਜ ਮਹਿਲ ਕੰਪਲੈਕਸ ਵਿੱਚ CISF ਦੀ ਭਾਰੀ ਗਿਣਤੀ 'ਚ ਤਾਇਨਾਤ ਕਰ ਦਿੱਤੀ ਗਈ। ਤਲਾਸ਼ੀ ਦੌਰਾਨ ਉਹਨਾਂ ਨੂੰ ਕੁਝ ਨਹੀਂ ਮਿਲਿਆ। ਦੱਸਣਯੋਗ ਹੈ ਕਿ ਆਗਰਾ ਦੇ ਲੋਹਾ ਮੰਡੀ ਥਾਣੇ ਵਿੱਚ ਯੂਪੀ ਪੁਲਿਸ ਨੂੰ ਕਿਸੇ ਨੇ ਬੰਬ ਦੀ ਸੂਚਨਾ ਦਿੱਤੀ। ਆਗਰਾ ਵਿੱਚ ਪ੍ਰੋਟੋਕਾਲ SP ਸ਼ਿਵਰਾਮ ਯਾਦਵ ਨੇ ਦੱਸਿਆ ਕਿ ਫੋਨ ਕਰਕੇ ਬੰਬ ਹੋਣ ਦੀ ਸੂਚਨਾ ਦੇਣ ਵਾਲਾ ਨੌਜਵਾਨ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਅਤੇ ਉਹ ਫੌਜ ਭਰਤੀ ਰੱਦ ਹੋਣ ਤੋਂ ਨਾਰਾਜ਼ ਸੀ। ਸ਼ਿਵਰਾਜ ਯਾਦਵ ਨੇ ਕਿਹਾ ਕਿ ਫੋਨ ਕਾਲ ਤੋਂ ਬਾਅਦ ਜਦੋਂ ਪੁਲਿਸ ਨੇ ਨੰਬਰ ਨੂੰ ਟ੍ਰੇਸ ਕੀਤਾ ਤਾਂ ਨੌਜਵਾਨ ਦਾ ਪਤਾ ਲੱਗਾ ਅਤੇ ਹਿਰਾਸਤ 'ਚ ਲੈ ਲਿਆ ਗਿਆ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦੀ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।